ਆਕਾਸ਼ਵਾਣੀ ਚੰਡੀਗੜ੍ਹ ਤੋਂ ਪੇਸ਼ ਹੈ ਸਮਾਚਾਰ ਦਰਸ਼ਨ। ਅੱਜ ਦੇ ਅੰਕ ਵਿੱਚ ਸ਼ਾਮਲ ਹੈ ਪ੍ਰਧਾਨ ਮੰਤਰੀ ਰੋਜ਼ਗਾਰ ਮੇਲਾ, ਵਾਤਾਵਰਣ, ਜਲ ਸੰਭਾਲ ਅਤੇ ਸਵੱਛਤਾ ਵਰਗੇ ਖੇਤਰਾਂ 'ਚ ਕੰਮ ਕਰ ਰਹੇ ਵਿਅਕਤੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਨਾਲ ਗੱਲਬਾਤ ਅਤੇ ਚੁਣੌਤੀਆਂ ਦੇ ਬਾਵਜੂਦ ਸਫਲਤਾ ਹਾਸਲ ਕਰਨ ਵਾਲੇ ਵਿਦਿਆਰਥਣ ਨਾਲ ਆਕਾਸ਼ਵਾਣੀ ਦੀ ਮੁਲਾਕਾਤ। ਪ੍ਰਧਾਨ ਮੰਤਰੀ ਰੋਜ਼ਗਾਰ ਮੇਲੇ ਦੀ ਦੂਜੀ ਕੜੀ ਤੋਂ ਬਾਅਦ ਸਾਡੀ ਪੱਤਰਕਾਰ ਨੇ ਕੇਂਦਰੀ ਵਣਜ ਅਤੇ ਸਨਅਤ ਰਾਜ ਮੰਤਰੀ ਅਨੁਪ੍ਰਿਆ ਪਟੇਲ ਨਾਲ ਗੱਲਬਾਤ ਕੀਤੀ। माननीय प्रधानमंत्री श्री नरेंद्र मोदी जी ने वर्ष 2023 दिसंबर तक देश के अंदर 10 लाख सरकारी नौकरी युवाओं को देने का संकल्प लिया है और इसके तहत हम अगले एक साल में प्रति माह 22 तारीख को लगभग 70-75 हजार युवाओं को उनके नियुक्ति पत्र देश में अलग अलग गुणों से बांटेंगे। इसी क्रम में हमने 71 हजार युवाओं को अलग अलग मंत्रालयों में, सेंट्रल आर्म फोर्सेस में, लेबर मिनिस्ट्री में, एजुकेशन मिनिस्ट्री में, डिपार्टमेंट ऑफ फाइनेंशियल सर्विसेज में विभिन्न पदों पर युवाओं की भर्ती करते हुए 71 हजार लोगों को राष्ट्र सेवा का ये अवसर प्रदान किया है और इस अवसर पर कर्मयोगी प्रारंभ एक ऑनलाइन ट्रेनिंग मॉड्यूल का भी प्रारंभ किया गया और हमें पूरी उम्मीद है कि हमारे ये 10 लाख युवा 2047 तक जो आत्मनिर्भर भारत बनाने का संकल्प है, इसको पूरा करने में अपना योगदान। ਆਕਾਸ਼ਵਾਣੀ ਦੇ ਸਮਾਚਾਰ ਵਿਭਾਗ ਨੇ ਇਸ ਰੋਜ਼ਗਾਰ ਮੇਲੇ 'ਚ ਨਿਯੁਕਤੀ ਪੱਤਰ ਹਾਸਲ ਕਰਨ ਵਾਲੀ ਹਿਸਾਰ ਦੀ ਮਨੀਸ਼ਾ ਦੀ प्रतिक्रिया भी ली। आज मुझे भारत सरकार की तरफ से ITBP के लिए नियुक्ति पत्र मिला है, जिसके लिए मैं भारत सरकार की शुक्रगुजार हूँ। अंबाला ਦੇ ਚੰਦਨ ਸ਼ਰਮਾ ਨੇ ਨਿਯੁਕਤੀ पत्र मिलन ਤੇ खुशी ਦਾ इजहार किया। मुझे असम राइफल की तरफ से आज रोजगार मेला के तहत नियुक्ति पत्र मिला, जिसके लिए मैं माननीय प्रधानमंत्री जी का बहुत शुक्रगुजार हूँ। ਸਾਡੇ ਪੱਤਰਕਾਰਾਂ ਨੇ ਵਾਤਾਵਰਣ, ਜਲ ਸੰਭਾਲ ਅਤੇ ਸਵੱਛਤਾ ਦੇ ਖੇਤਰ 'ਚ ਕਈ ਵਿਅਕਤੀਆਂ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਯੋਗਦਾਨ ਬਾਰੇ ਜਾਣਕਾਰੀ ਹਾਸਲ ਕੀਤੀ। ਯਮੁਨਾਨਗਰ 'ਚ ਹਰਿਆਣਾ एनवायरमेंटल सोसाइटी के संस्थापक प्रोफेसर SL सैनी ने दसिया, पहले मैं अपने आप ही ट्री प्लांटेशन का काम मोहल्लों में शहर के वो शुरू कर दिया करना। एक साल के बाद फिर लोगों ने देखा कि ये कुछ काम हो रहा है, उन्होंने मेरे को संपर्क किया। इस तरह से करते करते लोग मेरे संपर्क में आए और ये पब्लिक मूवमेंट बन गया। आज की डेट में हम 4 जिलों में हरियाणा के अब तक काम कर चुके हैं, अम्बाला, यमुनानगर, पंचकुला और कुरुक्षेत्र। और यमुनानगर तो कम्प्लीटली ऑलमोस्ट सारे पब्लिक प्लेस सैचुरेट हो चुके हैं। 8 साल से अब हम कुरुक्षेत्र में यही मॉडल अपना रहे। फरीदाबाद ਅਤੇ ਗੁਰੂਗ੍ਰਾਮ 'ਚ ਕੰਮ ਕਰ ਰਹੀ ਈਕੋਲਿਬ ਫਾਊਂडेशन ਦੀ ਮੋਢੀ अर्पणा लक्ष्मी सिंह ने दसिया, मैं पिछले 1 दशक से NCR के गुड़गांव व फरीदाबाद शहरों में भूमि जल संरक्षण, किचन वेस्ट कंपोस्टिंग, पर्यावरण संरक्षण तथा स्वच्छ भारत अभियान से जुड़ी हुई हूँ। जो पानी बारिश का बह जाता है, हम उसको संरक्षण नहीं कर पाते हैं, उसका उपयोग करें, उसको बचाने में सहायता करें। RO वाटर भी रीयूज करें और किचन वेस्ट कंपोस्टिंग तो हर कोई कर सकता है, हर बच्चा कर सकता है। ਹਰਿਆਵਲ ਪੰਜਾਬ ਗੈਰ ਸਰਕਾਰੀ ਸੰਗਠਨ ਦੇ ਮੈਂਬਰ ਬ੍ਰਿਜ ਮੋਹਨ ਜੋਸ਼ੀ ਨੇ ਸਾਡੇ ਮੋਹਾਲੀ ਵਾਲੇ ਪੱਤਰਕਾਰ ਨਾਲ ਗੱਲਬਾਤ ਕੀਤੀ। ਪੰਜਾਬ ਦੇ ਵਿੱਚ ਜਿਹੜੀ ਹੈ ਹਵਾ ਹੈ ਤੇ ਪਾਣੀ ਹੈ, ਉਹ ਬੜਾ ਦੂਸ਼ਿਤ ਹੁੰਦਾ ਜਾ ਰਿਹਾ ਤੇ ਪਾਣੀ ਦਾ ਲੈਵਲ ਬਹੁਤ ਡਿੱਗਦਾ ਜਾ ਰਿਹਾ ਤੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਬੂਟੇ ਲਗਾਉਣ ਦੇ ਨਾਲ ਸਾਡੇ 3 ਕੰਮ ਹੈ, ਪੇੜ ਲਗਾਉਣਾ, ਪਾਣੀ ਬਚਾਉਣਾ ਔਰ ਕੂੜਾ ਕਚਰੇ ਦਾ ਪ੍ਰਬੰਧਨ। ਤੇ ਜਿਵੇਂ ਇਹ ਸ਼ਹਿਰੀ ਖੇਤਰ ਹੈ, ਸ਼ਹਿਰੀ ਖੇਤਰ ਦੇ ਵਿੱਚ ਅਸੀਂ ਇੱਕ 5 ਸਟਾਰ ਦੀ ਕਲਪਨਾ ਜਿਹੜੀ ਹੈ ਲੋਕਾਂ ਨੂੰ ਦੇ ਰਹੇ ਹਾਂ। 5 ਸਟਾਰ ਦਾ ਜਾਂ ਹਰਿਤ ਘਰ ਵੀ ਇੱਕ ਘਰ ਇਹੋ ਜਿਹਾ ਹੈ ਜਿੱਥੇ ਸਾਡੇ ਕੋਲ ਬੂਟਾ ਲਗਾਉਣ ਦੀ ਜਗ੍ਹਾ ਨਹੀਂ ਹੈ, ਪਰ ਮੈਂ ਘਰ ਦੇ ਵਿੱਚ ਹੀ ਰਹਿ ਕੇ ਵਾਤਾਵਰਣ ਦੀ ਕਿਵੇਂ ਰੱਖਿਆ ਕਰ ਸਕਦਾ ਔਰ ਕਿਵੇਂ ਵਾਤਾਵਰਣ ਨੂੰ ਬਚਾਉਣ ਦੇ ਵਿੱਚ ਆਪਣਾ ਸਹਿਯੋਗ ਕਰ ਸਕਦਾ। ਉਹਦੇ ਵਾਸਤੇ ਇਹ ਅਸੀਂ 5 ਬਿੰਦੂ ਹੈ ਜਿਹੜੇ ਲੈਂਦੇ ਹਾਂ। ਪਹਿਲਾ ਬਿੰਦੂ ਹੈ ਸਾਡਾ ਵੀ ਘਰ ਦੇ ਵਿੱਚ ਪੰਛੀਆਂ ਦੇ ਲਈ ਪਾਣੀ ਤੇ ਦਾਣੇ ਦਾ ਪ੍ਰਬੰਧ ਕਰਨਾ ਤੇ ਇੱਕ ਘੌਂਸਲੇ ਦਾ ਪ੍ਰਬੰਧ ਕਰਨਾ। ਦੂਸਰਾ ਸਾਡਾ ਬਿੰਦੂ ਇਹ ਹੈ, ਘਰ ਦੇ ਵਿੱਚ 5-7 ਗਮਲੇ ਆਪਣੇ ਰੱਖਣੇ, ਜਿਹਦੇ ਵਿੱਚ ਕਿਚਨ ਗਾਰਡਨ ਤੌਰ ਤੇ ਆਪਾਂ ਜਿਹੜੀਆਂ ਰਸੋਈ ਦੇ ਵਿੱਚ ਵਰਤੋਂ ਵਾਲੀਆਂ ਚੀਜ਼ਾਂ ਗਮਲਿਆਂ ਵਿੱਚ ਲਗਾਈਏ। ਤੀਸਰਾ ਕੰਮ ਹੈ ਸਾਡਾ ਵੀ ਘਰ ਦਾ ਕਚਰਾ ਘਰ ਦੇ ਵਿੱਚ ਹੀ, ਜਿਹੜਾ ਘਰ ਦਾ ਕਚਰਾ ਹੈ ਉਸ ਨੂੰ ਆਪਾਂ ਬਾਹਰ ਨਾ ਸਿੱਟਦੇ ਹੋਏ ਕਿਵੇਂ ਇਸ ਨੂੰ ਸੈਗਰੀਗੇਟ ਕਰਕੇ ਉਹ ਕੁਆੜੀਏ ਕੋਲ ਜਾਂ ਉਹ ਜਿਹੜਾ ਕਚਰਾ ਹੈ ਜਿਹਨੂੰ ਆਪਾਂ ਡਿਸਪੋਜ਼ ਕਰਕੇ ਖਾਦ ਦੇ ਰੂਪ ਦੇ ਵਿੱਚ ਵੀ ਵਰਤਿਆ ਜਾ ਸਕਦਾ। ਚੌਥਾ ਬਿੰਦੂ ਹੈ ਸਾਡਾ ਵੀ ਜਿਹੜੀ ਸੂਰਜ ਦੀ ਰੋਸ਼ਨੀ ਹੈ ਇਸ ਦਾ ਵੱਧ ਤੋਂ ਵੱਧ ਘਰ ਦੇ ਵਿੱਚ ਇਸਤੇਮਾਲ ਤੇ LED ਦਾ ਇਸਤੇਮਾਲ ਤੇ ਸੋਲਰ ਪੈਨਲ, ਜਿਹੜਾ ਸੋਲਰ ਅੱਜ ਸਿਸਟਮ ਹੈ ਬਿਜਲੀ ਦਾ ਰਿਪਲੇਸ ਰੀਨਿਊਏਬਲ એનર્ਜੀ ਹੈ, ਉਸ ਵੱਲ ਵੀ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਾਂ। ਪੰਜਵਾਂ ਤੇ ਲਾਸਟ ਬਿੰਦੂ ਹੈ ਸਾਡਾ ਵੀ
ਜਿਹੜਾ ਘਰ ਦਾ ਪਾਣੀ ਹੈ ਉਸ ਦੀ ਆਪਾਂ ਕਿਵੇਂ ਬਚਤ ਕਰਨੀ। ਕੁਰੂਕਸ਼ੇਤਰ 'ਚ ਸਾਡੀ ਪੱਤਰਕਾਰ ਨਾਲ NGO ग्रीन अर्थ ਦੇ ਨੁਮਾਇੰਦੇ सुशील कुमार ने अपने काम साझे किए। सिंगल यूज प्लास्टिक है वो हमारे पर्यावरण व स्वास्थ्य के लिए कितनी हानिकारक है, हम उसके लिए लोगों से अपील करते हैं इसको आप प्रयोग ना करें। और जो पत्ते से बनी पत्ती है, जैसे आप देख सकते हो यहाँ पर ये पत्ते की नेचुरल शेड में बनती है ये पत्तल, इससे हमारा पर्यावरण भी बचेगा व हमारा स्वास्थ्य जो वो भी ठीक रहेगा। इसलिए हम सिंगल यूज प्लास्टिक को कम करने की कोशिश करते हैं और पत्ते की पत्तलों को प्रयोग करें, इसके लिए हम लोगों को सुझाव देते हैं। इसके अतिरिक्त हम कहीं भी शहर के अंदर पेड़ पौधे भी हम लगाते हैं, यदि कहीं पर पेड़ काटने का यदि योजना चली हुई होती है हम उसका विरोध करते हैं। इसके अलावा हम पर्यावरण को संरक्षण करने के लिए अलग अलग तरीके की गतिविधियां हम करते रहते हैं, जैसे कि हम जागरूकता अभियान स्कूलों में हम कंपटीशन करवाते हैं जिसमें बेस्ट आउट ऑफ वेस्ट मटेरियल हम बच्चे से बनवाते हैं, उनको हम प्राइज भी देते हैं। ਭਵਾਨੀ ਤੋਂ ਸਮਾਜ ਸੇਵੀ ਲੋਕੇਸ਼ ਕਟਾਰੀਆ स्टैंड विद नेचर ਦੀ ਸਥਾਪਨਾ ਕਰਕੇ ਕੁਦਰਤ ਨੂੰ ਸੰਭਾਲਣ ਵੱਲ रुझे हुए ने। स्टैंड विद नेचर के माध्यम से हम लोगों ने पिछले 2 साल में भिवानी जिले में व भिवानी जिले से बाहर भी ग्रीन बेल्ट पार्कों की सफाई और 100 से ज्यादा कॉलेज व इंस्टीट्यूट में जाके स्वच्छता अभियानों को चलाया। हजारों विद्यार्थियों को इस बारे में प्रेरित किया है। हमारे साथी लगातार क्षेत्र में इस अभियानों को लेके, पर्यावरण संरक्षण को लेके, जलवायु परिवर्तन को लेके व स्वच्छता को लेकर के काम कर रहे हैं। ਫਾਜ਼ਿਲਕਾ ਤੋਂ ਰਿਟਾਇਰ ਅਫਸਰ ਐਸੋਸੀਏਸ਼ਨ ਲਈ ਕੰਮ ਕਰ ਰਹੇ ਸਰਬਜੀਤ ਸਿੰਘ ਢਿੱਲੋਂ ਨੇ ਕਿਹਾ, ਅਸੀਂ ਪਿਛਲੇ 7-8 ਸਾਲ ਤੋਂ ਕੰਜ਼ਰਵੇਸ਼ਨ ਆਫ ਵਾਟਰ ਤੇ ਕੰਮ ਕਰਦੇ ਹਾਂ। ਹੁਣ ਤੱਕ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ 12 ਰੇਨ ਹਾਰਵੈਸਟਿੰਗ ਰੀਚਾਰਜ ਬੋਰ ਲਗਵਾ ਚੁੱਕੇ ਹਾਂ। 8 ਫਾਜ਼ਿਲਕਾ ਦੇ ਵਿੱਚ, 2 ਜਲਾਲਾਬਾਦ ਵਿੱਚ ਤੇ 3 ਅਬੋਹਰ ਦੇ ਕਾਲਜਾਂ ਵਿੱਚ ਲਗਵਾ ਚੁੱਕੇ ਹਾਂ। ਕਹਿੰਦੇ ਆ ਕੁੱਖ 'ਚ ਧੀ ਤੇ ਧਰਤੀ 'ਚੋਂ ਪਾਣੀ, ਜੇ ਦੋਵੇਂ ਮੁੱਕ ਗਏ ਤਾਂ ਖਤਮ ਕਹਾਣੀ। ਅਮਰੀਕਾ ਦੀ ਨਾਸਾ ਏਜੰਸੀ ਨੇ ਸਾਨੂੰ ਬਹੁਤ ਪਹਿਲਾਂ ਅਲਰਟ ਕੀਤਾ ਸੀ ਕਿ ਪੰਜਾਬ, ਉੱਤਰੀ ਭਾਰਤ ਸਮੇਤ ਧਰਤੀ ਹੇਠਲਾ ਪਾਣੀ 80% ਵਰਤਿਆ ਜਾ ਚੁੱਕਾ ਹੈ ਤੇ ਸਿਰਫ 20% ਬਾਕੀ ਹੈ। ਇਸ ਕਰਕੇ ਜਿਹੜੀ ਪੋਜੀਸ਼ਨ ਹੈ ਬਹੁਤ ਅਲਾਰਮਿੰਗ ਹੈ। ਹਰ ਇੱਕ ਨਾਗਰਿਕ ਦਾ ਫਰਜ਼ ਬਣਦਾ ਹੈ ਵੀ ਇਸ ਚੀਜ਼ ਨੂੰ ਸੀਰੀਅਸਲੀ ਲਿਆ ਜਾਵੇ। ਅਸੀਂ ਆਪਣੇ ਬੱਚਿਆਂ ਵਾਸਤੇ ਕਾਰਾਂ, ਕੋਠੀਆਂ ਤੇ ਵੱਡੇ ਵੱਡੇ ਮਕਾਨ ਜਾਂ ਫੈਕਟਰੀਆਂ ਛੱਡ ਜਾਵਾਂਗੇ ਜੇ ਪਾਣੀ ਨਾ ਛੱਡ ਕੇ ਗਏ, ਸਭ ਬੇਕਾਰ ਹੈ। ਇਸ ਕਰਕੇ ਸਾਨੂੰ ਬਹੁਤ ਅਲਰਟ ਹੋਣ ਦੀ ਲੋੜ ਹੈ। ਕਿਸੇ ਵੇਲੇ UN ਦੇ ਸਾਬਕਾ ਸੈਕਟਰੀ ਜਨਰਲ ਬਾਨ ਕੀ ਮੂਨ ਜੀ ਨੇ ਕਿਹਾ ਸੀ ਜੇਕਰ ਦੁਨੀਆ ਦੀ ਤੀਜੀ ਜੰਗ ਲੱਗੀ ਤਾਂ ਸਿਰਫ ਪਾਣੀ ਦੀ ਵਜ੍ਹਾ ਕਰਕੇ ਲੱਗੇਗੀ। ਅੱਜ ਉਹ ਗੱਲ ਸੱਚ ਹੁੰਦੀ ਸਾਨੂੰ ਨਜ਼ਰ ਆ ਰਹੀ ਹੈ। ਕੁਰੂਕਸ਼ੇਤਰ ਵਿਖੇ ਚੱਲ ਰਹੇ ਗੀਤਾ ਮਹਾਉਤਸਵ ਮੇਲੇ 'ਚ ਸਾਡੀ ਮੁਲਾਕਾਤ ਕਲਾਨਿਧੀ ਪੁਰਸਕਾਰ ਜੇਤੂ ਉਦਿਤ ਨਾਰਾਇਣ ਬੈਸਲਾ ਨਾਲ ਹੋਈ। जी, मेरा नाम उदित नारायण बैसला, मैं फरीदाबाद हरियाणा से आया हूँ और ये जो मेरी आर्ट है ये खासकर पर्यावरण के ऊपर है। जैसे कि देखा है कि प्लास्टिक प्रभावित कर रही है हमारे जीवन को और हमारे पर्यावरण में देखा है प्लास्टिक खेतों में जाती है तो बंजर बना देती है और अगर उसे जलाते हैं कई आदमी तो वायु प्रदूषण है। तो मैंने उन्हीं को रखते हुए थीम बनाई है कि प्लास्टिक को मैं चार्जर, हेडफोन इन्हीं से कलाकृति बनाता हूँ और स्कूलों में, कॉलेजों में बच्चों को, नई पीढ़ी को प्रेरित करता हूँ, इससे संदेश देता हूँ। बच्चे इसमें काफी प्रभावित हुए, कुछ सीख भी रहे हैं कि प्लास्टिक को बाहर ना फेंके, या तो इसे रिसाइकलिंग के लिए भेजें या किसी रचनात्मक रूप देके और इसको किसी चित्रकारी में यूज करें। ਫਰੀਦਕੋਟ ਵਿੱਚ ਸੁਸਾਇਟੀ ਫਾਰ ਇਕੋਲੋਜੀਕਲ ਐਂਡ ਐਨਵਾਇਰਨਮੈਂਟਲ ਰਿਸੋਰਸਿਸ ਦੇ ਮੈਂਬਰ ਵਿਕਾਸ ਅਰੋੜਾ ਨੇ ਦੱਸਿਆ, ਪਿਛਲੇ 17 ਸਾਲ ਦੇ ਲੰਬੇ ਅਰਸੇ ਦੌਰਾਨ ਫਰੀਦਕੋਟ ਸ਼ਹਿਰ ਵਿੱਚ ਸੰਸਥਾ ਦੁਆਰਾ 26,000 ਦੇ ਲਗਭਗ ਪੌਦੇ ਲਗਾਏ ਗਏ। ਫਰੀਦਕੋਟ ਵਿੱਚ 2019 ਸਾਲ ਦੇ ਦੌਰਾਨ ਫਰੀਦਕੋਟ ਦੀ ਧਰਤੀ ਪਿੱਪਲਾਂ ਬੋੜਾਂ ਦੀ ਧਰਤੀ ਨਾਂ ਦਾ ਪ੍ਰੋਜੈਕਟ ਚਲਾਇਆ ਗਿਆ, ਜਿਸ ਵਿੱਚ ਹਰ ਰੋਜ਼ ਕਿਸੇ ਪਰਿਵਾਰ ਕੋਲ ਪਿੱਪਲ ਬੋੜ ਦਾ ਇੱਕ ਪੌਦਾ ਲਗਵਾਇਆ ਗਿਆ ਅਤੇ ਉਸ ਦੀ ਸਾਂਭ ਸੰਭਾਲ ਲਈ ਟਰੀ ਗਾਰਡ ਅਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ। ਜੰਗਲਾਤ ਵਿਭਾਗ ਵੱਲੋਂ ਤਿਆਰ ਕੀਤੇ ਗਏ ਪੌਦਿਆਂ ਦਾ ਵਧੀਆ ਉਪਯੋਗ ਕਰਦਿਆਂ ਫਰੀਦਕੋਟ ਦੀ ਜੈਵ ਵਿਭਿੰਨਤਾ ਬਚਾਉਣ ਲਈ ਵਧੀਆ ਉਪਰਾਲਾ ਕੀਤਾ ਹੈ। ਹੁਸ਼ਿਆਰਪੁਰ ਜ਼ਿਲ੍ਹੇ 'ਚ ਟਾਂਡਾ ਦੇ ਪਿੰਡ ਅਹੀਆਪੁਰ ਦੀ ਰਹਿਣ ਵਾਲੀ ਰਾਧਿਕਾ, ਜਿਸ ਨੇ ਗੰਭੀਰ ਬਿਮਾਰੀ ਕਾਰਨ ਆਪਣੀ ਮੈਡੀਕਲ ਦੀ ਸੀਟ ਗੁਆ ਲਈ ਅਤੇ ਤੰਦਰੁਸਤ ਹੋਣ ਮਗਰੋਂ ਮੈਡੀਕਲ ਦੀ ਪ੍ਰੀਖਿਆ ਪਾਸ ਵੀ ਕੀਤੀ, ਸਾਡੇ ਪੱਤਰਕਾਰ ਨਾਲ रूबरू हुई। मैंने 100 डेज पहले तैयारी स्टार्ट की थी, तैयारी की है। मेरा 2022 में नीट में और पंजाब रैंक 977 है
और ऑल इंडिया रैंक 63622 है और मुझे श्री गुरु रामदास कॉलेज ऑफ मेडिकल साइंसेज अलॉट हुआ है। 2020 बैच की हूँ मैं। पढ़ाई में जैसे 2 साल का गैप पड़ गया तो बहुत बुरा लगता था, जैसे सारे फ्रेंड्स आगे चले गए हैं। जब मैं तैयारी कर रही थी तो मेरा सर्जरी हुई थी 23 सितंबर 2021 को। 6 मंथ्स तक मैं रूम में रही हूँ, मुझे बाहर नहीं आने देते थे मेरे पेरेंट्स। अंदर ही रही हूँ, अंदर ही मैंने स्टार्ट किया सब कुछ। और पहले तो मैंने बीच में छोड़ भी दिया था कि हाँ नहीं करना। बाद में अचानक से एक वीडियो नोटिफिकेशन आया था कि हाँ 100 डेज लेफ्ट फॉर नीट। उसके बाद तो ठान लिया था कि बस अब यही करना है। मेरा किडनी ट्रांसप्लांट हुआ था 12 दिसंबर को, पता चला था ऑलमोस्ट रिजल्ट के बाद ही। नीट का रिजल्ट जब आया था तब पता चला था कि मेरे को CKD स्टेज 5 है, क्रोनिक किडनी डिजीज स्टेज 5। तो बस उसके बाद फिर आगे प्रोग्रेस होती गई और एंड में मेरा क्रेडिनाइन 22 लेवल पे आ गया था। तो उसके बाद हमारे पास ट्रांसप्लांट के अलावा कोई और ऑप्शन ही नहीं था। मैं एक कार्डियोलॉजिस्ट बनना चाहती हूँ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਪੇਸ਼ਕਸ਼ ਅਸ਼ਵਨੀ ਕੁਮਾਰ ਸ਼ਰਮਾ, ਵਾਚਿਕਾ ਚੰਚਲ ਸ਼ਰਮਾ, ਪੇਸ਼ਕਾਰੀ ਸਹਾਇਕ ਸੁਖਵਿੰਦਰ ਸਿੰਘ।